देश विदेशों ਦੀਆਂ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। कच्चे मुलाजम पक्के करो, कच्चे मुलाजम पक्के करो। एनएचएम एकता जिंदाबाद, एनएचएम एकता जिंदाबाद। पंजाब सरकार मुर्दाबाद, पंजाब सरकार मुर्दाबाद। एनएचएम मुलाजमां ने सरकार नूं दित्ती चेतावनी, जे मंगां ना मन्नियां तां वड्डे पੱਧਰ ते होवेगा संघर्ष। 23 जुलाई तो लगातार जारी है संघर्ष, पर मरीजों नूं नहीं आण दित्ती जा रही कोई दिक्कत। फगवाड़ा के सिविल हस्पताल विखे एनएचएम वर्करां दा रोज़ प्रदर्शन लगातार जारी है। अज एनएचएम वर्करां वल्लों वख-वख तरह के स्लोगन लगा के पंजाब सरकार के विरुद्ध जम के नारेबाजी की गई। उन्होंने दस्सिया कि जेकर सरकार उन्हां दीयां मंगां नहीं मनदी तां इस प्रदर्शन नूं लगातार जारी रखा जाएगा ਅਤੇ आने वाले समय यही प्रदर्शन भुख हड़ताल का रूप भी लै सकता है जेकर सरकार ने उन्होंने मंगां ना मन्नियां। नाल ही नाल उन्होंने दस्सिया कि मरीजों को कोई भी दिक्कत या परेशानी नहीं आन दी जा रही, काम पूरी तनदेही ना किया जा रहा है, पर रिपोर्टिंग पूरी तरह नाल बंद की गई है। इस रोष प्रदर्शन की अगवाई करते हुए डॉक्टर प्रभजोत कौर जब्बल ने पत्रकारों नाल गलबात करते हुए की कहा, आओ सुनते हैं। सर आ साडा जिहड़ा रोस प्रगट है वो इस लिए है क्योंकि सरकार लगातार जिहड़ी है सानू मजबूर कर रही है रोस प्रगट करन नू। ਅਸੀਂ ਬਾਰ-ਬਾਰ 23 ਤਰੀਕ ਦੀ ਜਿਹੜੀ ਹੜਤਾਲ ਕੀਤੀ ਸੀ ਉੱਤੇ ਸਰਕਾਰ ਨੇ ਇੱਕ ਤਰ੍ਹਾਂ ਦੀ ਤੁਹਾਡੇ ਥਰੂ ਅਪੀਲ ਕਰਵਾਈ ਹੈ ਕਿ ਜਿਹਦੇ ਵਿੱਚ ਉਹਨੇ ਸਾਡੇ ਪੱਖ ਦੀ ਕੋਈ ਗੱਲ ਨਹੀਂ ਕੀਤੀ, ਉਲਟਾ ਸਾਨੂੰ ਹੀ ਮਨੁੱਖਤਾ ਵਿਰੋਧੀ ਦੱਸ ਦਿੱਤਾ, ਜਿਹਦੇ ਅਗੇਂਸਟ ਅਸੀਂ ਜਿਹੜੇ ਸਲੋਗਨ ਲਗਾਏ ਆ ਕਿ ਅਸੀਂ ਜਿਹੜੇ ਆ ਕੰਮ ਕਰਕੇ ਥੱਕ ਗਏ ਆ, ਠੀਕ ਹੈ, ਮਨੁੱਖਤਾ ਦੀ ਸੇਵਾ ਲਈ ਡਟੇ ਆ, ਸਰਕਾਰ ਦੇ ਝੂਠੇ ਵਾਅਦਿਆਂ ਤੋਂ ਅੱਕੇ ਆ, ਫਿਰ ਵੀ ਅਸੀਂ ਕੱਚੇ ਜਿਹੜੇ ਆ ਉਹ ਲੱਗੇ ਹੋਏ ਆ, ਲਗਾਤਾਰ ਕੰਮ ਕਰ ਰਹੇ ਆ। ਔਰ ਇਹ ਜਿਹੜੀ ਆਵਾਜ਼ ਹੈ ਨਾ ਦਿਲੋਂ ਨਿਕਲਦੀ ਹੁੰਦੀ ਹੈ ਤੇ ਉਦੋਂ ਹੀ ਇਹ ਚੀਜ਼ਾਂ ਬਣਦੀਆਂ ਹੈ, ਕਿਤੇ ਉੱਪਰੋਂ ਕਿਸੇ ਨੇ ਨਹੀਂ ਬਣਾਈਆਂ, ਸਾਡੇ ਦਿਲ ਦੀ ਆਵਾਜ਼ ਹੈ। ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਸਰਕਾਰ ਨੂੰ ਜਦੋਂ ਪੋਸਟਾਂ ਕੱਢਦੀ ਹੈ ਸਰਕਾਰ ਕਹਿੰਦੀ ਹੈ ਕਿ ਤੁਸੀਂ ਟੈਸਟ ਦੇ ਕੇ ਆ ਜਾਓ, ਅਸੀਂ ਨਹੀਂ ਕੁਝ ਕਰਦੇ। ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਅਸੀਂ ਸਾਰਾ ਕੁਝ ਦੇ ਕੇ ਆਏ ਹਾਂ, ਜਦੋਂ ਅਸੀਂ ਟੈਸਟ ਦਿੱਤਾ ਉਦੋਂ ਰੈਗੂਲਰ ਪੋਸਟਾਂ ਕੱਢ ਦਿੰਦੇ, ਅੱਜ ਅਸੀਂ ਰੈਗੂਲਰ ਤੇ ਹੁੰਦੇ, ਅਸੀਂ ਕੰਟਰੈਕਟ ਤੇ ਨਾ ਹੁੰਦੇ। ਅਸੀਂ ਕਿਹੜੇ ਰੈਗੂਲਰ ਤੇ ਕੰਟਰੈਕਟ 'ਚੋਂ ਇੱਕ ਚੀਜ਼ ਚੁਣੀ ਸੀ, ਤੁਸੀਂ ਪੋਸਟਾਂ ਉਦੋਂ ਕੱਢਦੇ, ਤੁਸੀਂ ਸਮੇਂ-ਸਮੇਂ ਸਿਰ ਪੋਸਟਾਂ ਕੱਢੋ। ਹੁਣ ਜਿਹੜੀ ਚੀਜ਼ ਸਰ ਇਹੀ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ, ਸਾਡੀ ਸਰਕਾਰ ਨਹੀਂ ਸੁਣ ਰਹੀ। ਔਰ ਜਿਹੜੀ ਅਪੀਲ ਦੇ ਥਰੂ ਇਹ ਲੋਕਾਂ ਦੇ ਵਿੱਚ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਮਨੁੱਖਤਾ ਵਿਰੋਧੀ ਆਪਣੇ ਫਰਜ਼ ਤੋਂ ਭੱਜ ਰਹੇ ਆ, ਜਦ ਕਿ ਤੁਸੀਂ ਸਾਰੇ ਜਿਹੜੇ ਸਾਡੇ ਨਾਲ ਗਰਾਊਂਡ ਲੈਵਲ 'ਤੇ ਇੱਥੇ ਡੀਲ ਕਰਦੇ ਹੋ, ਕੀ ਤੁਹਾਨੂੰ ਲੱਗਦਾ ਕਿ ਅਸੀਂ ਆਪਣੇ ਫਰਜ਼ ਤੋਂ ਭੱਜ ਰਹੇ ਹਾਂ? ਜੋ 4 ਮਹੀਨੇ ਤੋਂ ਆਪਣਾ ਘਰ ਪਰਿਵਾਰ ਬੱਚੇ ਹਸਬੈਂਡ ਸਾਰਿਆਂ ਨੂੰ ਛੱਡ ਕੇ ਇੱਥੇ ਦੂਰ ਬੈਠੇ ਆ, ਇੱਥੇ ਕੰਮ ਕਰ ਰਹੇ, 24 ਘੰਟੇ ਦੀ ਸੇਵਾ ਨਿਭਾ ਰਹੇ ਹਾਂ, ਤੇ ਅਸੀਂ ਕਹਿੰਦੇ ਕਿ ਅਸੀਂ ਆਪਣੇ ਕੰਮ ਨਹੀਂ ਕਰ ਰਹੇ, ਅਸੀਂ ਆਪਣੇ ਫਰਜ਼ ਤੋਂ ਭੱਜ ਰਹੇ ਹਾਂ। ਜੇ ਸਰ ਅਸੀਂ ਭੱਜਦੇ ਹੁੰਦੇ ਤੇ ਅਸੀਂ ਆਪਣੀ ਜਿਹੜੀ 27 ਤਰੀਕ ਦੀ ਜਿਹੜੀ ਹੜਤਾਲ ਆ ਉਹਨੂੰ ਮੁਲਤਵੀ ਇੱਕ ਮੌਕਾ ਇਹਨਾਂ ਨੂੰ ਫੋੜ ਦਿੱਤਾ ਆ। 7 ਅਗਸਤ ਨੂੰ ਅਸੀਂ ਫਿਰ ਹੜਤਾਲ ਕਰਾਂਗੇ। ਕਿਉਂਕਿ ਸਰਕਾਰ ਨੇ ਜੋ ਇੱਕ ਮੈਸੇਜ ਦਿੱਤਾ ਬਹੁਤ ਗਲਤ ਤਰੀਕੇ ਨਾਲ ਦੇਣਾ ਚਾਹਿਆ ਲੋਕਾਂ ਨੂੰ, ਕਿ ਲੋਕਾਂ ਨੂੰ ਭੜਕਾਉਣ ਵਾਲੀ ਗੱਲ ਕੀਤੀ ਆ ਕਿ ਲੋਕ ਜਿਹੜੇ ਆ ਕਿ ਉਹ ਇਸ ਚੀਜ਼ ਨੂੰ ਹਾਈਲਾਈਟ ਕਰਨ ਕਿ ਹਾਂਜੀ ਇਹ ਕੰਮ ਕਰ ਰਿਹਾ। ਸਾਨੂੰ ਕੋਈ ਸ਼ੌਂਕ ਨਹੀਂ ਹੈ ਇਸ ਕੰਮ ਕਰਨ ਦਾ, ਠੀਕ ਹੈ, ਅਸੀਂ ਕੰਮ ਬਰਾਬਰ ਦਾ ਕਰ ਰਹੇ ਹਾਂ, ਸਿਰਫ ਇੱਕੋ ਇੱਕ ਮੰਗ ਕਰ ਰਹੇ ਜੋ ਸਾਡੀ 14 ਸਾਲ ਤੋਂ ਕਿ ਸਾਨੂੰ ਪੱਕੇ ਕੀਤਾ ਜਾਵੇ। ਔਰ ਸਰਕਾਰ ਸਾਡੇ ਲੀਡਰਾਂ ਨੂੰ ਕਹਿੰਦੇ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਕਰੀਏ, ਤੁਸੀਂ ਸਰਕਾਰ ਹੋ, ਤੁਹਾਡੇ ਕੋਲ IAS ਆਫੀਸਰਸ ਨੇ, ਸਾਰੇ ਨੇ, ਜੇ ਅਸੀਂ ਤੁਹਾਨੂੰ ਦੱਸਣਾ ਹੈ ਤਾਂ ਤੁਸੀਂ ਕੀ ਕਰਨਾ ਹੈ? ਅਸੀਂ ਆਪਣੇ ਲੈਵਲ ਦਾ ਕੰਮ ਇੱਥੇ ਕਰ ਰਹੇ ਹਾਂ, ਤੁਸੀਂ ਆਪਣੇ ਲੈਵਲ ਦਾ ਕੰਮ ਉੱਥੇ ਕਰੋ। MD ਸਰ ਕਹਿੰਦੇ ਨੇ ਤੁਸੀਂ ਕੰਮ ਨਹੀਂ ਕਰਦੇ। ਕੱਲ੍ਹ ਇੱਕ MD ਸਰ ਦੀ ਲੈਟਰ ਆਈ ਹੈ ਸਰ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੇ NHM ਦੇ ਕਰਮਚਾਰੀ ਨੇ ਨਾ ਉਹਨਾਂ ਨੂੰ ਡਿਊਟੀ ਤੋਂ ਫਾਰਗ ਕਰ ਦਿਓ, ਠੀਕ ਹੈ, ਸਿਰਫ ਜਿਹੜੇ ਆਈਸੋਲੇਸ਼ਨ 'ਚ ਡਿਊਟੀ ਕਰਦੇ ਨੇ ਉਹੀ ਕਰਨਗੇ, ਠੀਕ ਹੈ। ਹਜੇ ਇਹ ਐਂਡੋਰਸਮੈਂਟ ਲਾ ਕੇ CS ਵੱਲੋਂ ਨਹੀਂ ਆਈ, ਠੀਕ ਹੈ, ਜੇ ਅੱਜ ਤੱਕ ਨਹੀਂ ਆਉਂਦੇ ਸੀ ਕੱਲ੍ਹ ਨੂੰ CSR ਨੂੰ ਮੈਡਮ ਨੂੰ ਖੁਦ ਹੀ ਕਹਿ ਦਾਂਗੇ ਕਿ ਸਾਨੂੰ ਫਾਰਗ ਕੀਤਾ ਜਾਵੇ। ਤੇ ਜੇ ਕਹਿੰਦੇ ਨੇ ਕਿ ਕੰਮ ਚਲਾ ਸਕਦੇ ਨੇ ਤਾਂ ਚਲਾ ਲੈਣ, ਠੀਕ ਹੈ। ਅਸੀਂ 4 ਮਹੀਨੇ ਤੋਂ ਕੰਮ ਕੀਤਾ, ਹੁਣ ਸਰਕਾਰ ਨੂੰ ਚੇਤਾ ਆਇਆ ਕਿ ਇਹਨਾਂ ਨੂੰ ਡਿਊਟੀ ਤੋਂ ਫਾਰਗ ਕਰਨਾ ਆ, ਉਹ ਵੀ ਇਸ ਲਈ ਜਿੱਥੇ ਤੱਕ ਕਿ ਅਸੀਂ ਬਾਰ-ਬਾਰ ਇਹ ਕਰ ਰਹੇ ਹਾਂ, ਜੇ ਅਸੀਂ ਕੰਮ ਨਹੀਂ ਕਰ ਰਹੇ ਤਾਂ ਸਾਨੂੰ ਕਿਹੜੀ ਡਿਊਟੀ ਤੋਂ ਫਾਰਗ ਕਰਨਾ? MD ਸਰ ਦੱਸ ਦੇਣ। ਸਾਡੇ ਲੀਡਰ ਨੂੰ ਕਿਹਾ ਗਿਆ ਸੀ NHM ਸਟਾਫ ਤਾਂ ਕੰਮ ਹੀ ਨਹੀਂ ਕਰ ਰਿਹਾ, ਕੰਮ ਹੀ ਸਾਰੇ ਦੂਜੇ ਬੰਦੇ ਕਰ ਰਹੇ ਆ, ਤੇ ਸਾਨੂੰ ਦੱਸ ਦੇਣ ਕਿ ਜਿਹੜੀ ਲੈਟਰ ਕਹੀ ਆ ਉਹ ਕਿਹੜੀ ਡਿਊਟੀ ਤੋਂ ਸਾਨੂੰ ਫਾਰਗ ਕਰਨ ਦੀ ਗੱਲ ਕਹੀ ਗਈ ਆ, ਕਿ ਸਾਨੂੰ ਕਿਹੜੀ ਡਿਊਟੀ ਤੋਂ ਫਾਰਗ ਕਰਨਾ ਹੈ। ਸਰ ਸਾਡੇ ਮਨ 'ਚ ਬਹੁਤ ਰੋਸ ਹੈ, ਬਹੁਤ ਜ਼ਿਆਦਾ, ਜੋ ਅਸੀਂ ਲਗਾਤਾਰ ਆਪਣੀ ਡਿਊਟੀ ਦੇ ਨਾਲ ਸਲੋਗਨ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਸਾਨੂੰ ਕੋਈ ਲੋੜ ਨਹੀਂ ਹੈ ਕਿਸੇ ਨੂੰ ਸਰਕਾਰ ਨੂੰ ਸ਼ਰਮਿੰਦਾ ਕਰਨ ਦੀ, ਲੋਕਾਂ ਦੇ ਵਿੱਚ ਇਹ ਚੀਜ਼ ਕਰਨ ਦੀ। ਬਸ ਸਰਕਾਰ ਸਾਡੀ ਸੁਣੇ, ਸਾਡੇ ਲੀਡਰਾਂ ਨੂੰ ਕਵੇ, ਔਰ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਿ ਸਾਨੂੰ ਕਿੱਦਾਂ ਕਰਨਾ ਹੈ। ਜੇ 14 ਸਾਲਾਂ ਤੱਕ ਇਹਨਾਂ ਨੂੰ ਇਹ ਨਹੀਂ ਸਮਝ ਆਇਆ ਕਿ ਕਰਨਾ ਕਿੱਦਾਂ ਤੇ ਕੀ ਕੋਈ ਕਰੇਗਾ। ਇਹ ਜਿਹੜਾ ਤੁਹਾਡਾ ਪ੍ਰਦਰਸ਼ਨ ਚੱਲ ਰਿਹਾ ਇਹ ਕਿੰਨੇ ਦਿਨ ਤੋਂ ਚੱਲ ਰਿਹਾ ਤੇ ਆਉਣ ਕਦੋਂ ਤੱਕ ਇਹ ਚੱਲਦਾ ਰਹੂਗਾ? ਸਰ 23 ਤਰੀਕ ਨੂੰ ਸਾਡੀ ਜਿਹੜੀ ਹੜਤਾਲ ਸੀਗੀ, ਇੱਕ ਦਿਨ ਹੜਤਾਲ ਸੀ, ਉਸ ਤੋਂ ਬਾਅਦ 27 ਤਰੀਕ ਨੂੰ ਅਸੀਂ ਅਨਮਿੱਥੇ ਲਈ ਕਿਹਾ ਸੀਗਾ
ਲੇਕਿਨ ਉਹ ਇਹਨਾਂ ਦੀ ਅਪੀਲ ਕਰਕੇ ਜੋ ਇਹਨਾਂ ਨੇ ਉਹਦੇ ਵਿੱਚ ਦੱਸਿਆ ਅਸੀਂ ਤਾਂ ਉਹਨੂੰ ਮੁਲਤਵੀ ਕਰਕੇ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹਨੂੰ ਉਹਦਾ ਦਿਸ਼ਾ ਹੋਰ ਦੇ ਦਿੱਤੀ। ਉਹਦੇ ਵਿੱਚ ਅਸੀਂ ਜਿਹੜੀ ਰਿਪੋਰਟਿੰਗ ਬੰਦ ਕਰ ਦਿੱਤੀ ਹੈ 6 ਅਗਸਤ ਤੱਕ। ਰਿਪੋਰਟਿੰਗ ਕੋਈ ਨਹੀਂ ਕਰੇਗਾ, ਕੰਮ ਕਰੇਗਾ। ਇਹਨਾਂ ਨੇ ਲੋਕ ਹਿੱਤ ਦੇ ਵਿਰੋਧ 'ਚ ਕਿਹਾ ਅਸੀਂ ਲੋਕ ਹਿੱਤ ਲਈ ਕੰਮ ਕਰਾਂਗੇ, ਲੇਕਿਨ ਇਹਨਾਂ ਨੂੰ ਰਿਪੋਰਟਿੰਗ ਨਹੀਂ ਦੇਵਾਂਗੇ ਔਰ ਇਹਦੇ ਨਾਲ ਲੋਕ ਤੰਗ ਨਹੀਂ ਹੋਣਗੇ। ਔਰ ਇਹਨਾਂ ਤੱਕ ਲੋਕਾਂ ਤੱਕ ਵੀ ਇੱਕ ਮੈਸੇਜ ਪਹੁੰਚਾਉਣ ਦਾ ਤਰੀਕਾ ਹੈ ਸਾਡਾ ਕਿ ਅਸੀਂ ਤੁਹਾਡੇ ਅਗੇਂਸਟ ਨਹੀਂ ਆ, ਪਲੀਜ਼ ਸਾਡਾ ਸਾਥ ਦਿਓ। ਜੇ ਅਸੀਂ 4 ਮਹੀਨੇ ਤੋਂ ਤੁਹਾਡੀ ਸੇਵਾ 'ਚ ਲੱਗੇ ਹੋਏ ਆਪਣਾ ਘਰ ਪਰਿਵਾਰ ਛੱਡ ਕੇ, ਇੱਕ ਉਮੀਦ ਇੱਦਾਂ ਦੀ ਅਸੀਂ ਕਰ ਸਕਦੇ ਹਾਂ ਤੁਹਾਡੇ ਤੋਂ ਕਿ ਸਾਡਾ ਜਿਹੜਾ ਸਾਥ ਦਿੱਤਾ ਜਾਵੇ। 7 ਤਰੀਕ ਨੂੰ ਅਸੀਂ ਜਿਹੜੀ ਉਹ ਹੜਤਾਲ ਜਿਹੜੀ ਆ ਕਰਾਂਗੇ। ਜੇ ਸਾਡੇ ਉਹਨਾਂ ਵੱਲੋਂ ਕੋਈ ਰਿਟਨ ਨੋਟੀਫਿਕੇਸ਼ਨ ਨਹੀਂ ਆਉਂਦਾ ਤੇ ਅਸੀਂ ਜਿਹੜੀ ਆ ਲੋੜ ਪਈ ਤੇ ਅਣਮਿੱਥੇ ਸਮੇਂ ਲਈ ਵੀ ਹੜਤਾਲ ਤੇ ਚਲੇ ਜਾਵਾਂਗੇ। ਇਹਦੇ 'ਚ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ, ਸਰਕਾਰ ਕਹਿੰਦੀ ਜੀ ਐਕਟ ਬਣਾਇਆ ਇੱਦਾਂ ਕੀਤਾ, ਤਾਂ ਜੇ ਇਹਨਾਂ ਦੇ ਐਕਟ ਨੂੰ ਟਾਈਮ ਲੱਗਦਾ ਤਾਂ ਸਾਨੂੰ ਇਮੀਡੀਏਟ ਨੋਟੀਫਿਕੇਸ਼ਨ ਚਾਹੀਦਾ। ਹਰਿਆਣਾ ਦੇ ਵਿੱਚ NHM ਆਲਰੇਡੀ ਪੇ ਸਕੇਲ ਲੈ ਰਿਹਾ ਆ, ਜਿਹੜੇ ਰਾਜਸਥਾਨ ਦੇ ਵਿੱਚ ਆ ਉਹਦੇ ਵਿੱਚ ਵੀ ਪਾਲਿਸੀ ਦੇ ਥਰੂ ਰੈਗੂਲਰ ਜਿਹੜੇ ਹੋ ਚੁੱਕੇ ਆ। ਤੇ ਇਹਨਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਇੱਧਰ ਉੱਧਰ ਮੰਗਾਈਆਂ ਜਾਂਦੀਆਂ ਤੇ ਇਹ ਕਿਉਂ ਨਹੀਂ ਮੰਗਵਾਈਆਂ ਜਾ ਰਹੀਆਂ? ਸਾਡਾ ਕੰਮ ਦੇ ਲਈ ਸਾਡੇ ਤੋਂ ਇਹ ਕਿਉਂ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਬਈ ਅਸੀਂ ਕਿੱਦਾਂ ਕਰੀਏ, ਸਾਨੂੰ ਲਿਆ ਕੇ ਦੇ ਦਿਓ। ਅਸੀਂ ਇਹ ਕਿਤੇ ਕਿਉਂ ਦੱਸੀਏ? ਤੁਹਾਡੇ ਕੋਲ IAS ਆਫੀਸਰ ਨੇ, ਤੁਹਾਡੇ ਕੋਲ ਹਰ ਇੱਕ ਕੈਡਰ ਦਾ ਬੰਦਾ ਹੈ, ਉਹ ਕਿਉਂ ਨਹੀਂ, ਉਹ ਕਿਸ ਕੰਮ ਲਈ ਰੱਖਿਆ ਹੋਇਆ ਹੈ? ਜਦੋਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਬੰਦਿਆਂ ਨੂੰ ਕਿੱਦਾਂ ਐਡਜਸਟ ਕਰ ਸਕਦੇ ਆ। ਆਪਣੇ ਗੁਆਂਢੀ ਮੁਲਕ ਰਾਜਸਥਾਨ ਤੋਂ ਪੁੱਛੋ, ਆਪਣੇ ਗੁਆਂਢੀ ਮੁਲਕ ਹਰਿਆਣੇ ਤੋਂ ਪੁੱਛੋ, ਅਸੀਂ ਕਿਉਂ ਕਰੀਏ? ਸਰ ਕੰਮ ਕਰਦੇ ਕਰਦਾ ਤੁਸੀਂ ਦੇਖ ਰਹੇ ਹੋ ਇੰਨੇ ਧੁੱਪ 'ਚ ਇੱਥੇ ਬੈਠ ਕੇ ਕੰਮ ਕਰੀਦਾ ਹੈ, ਠੀਕ ਹੈ। ਹੁਣ ਜੇ 4 ਮਹੀਨੇ ਬਾਅਦ ਸਾਨੂੰ ਫਾਰਗ ਵੀ ਕਰ ਦੇਣਗੇ, ਸਾਡਾ ਕੰਮ ਇਹ ਨਹੀਂ ਕਿ ਨਹੀਂ ਹੋਊਗਾ, ਪਰ ਸਾਨੂੰ ਕਰਕੇ ਚਲਾ ਲੈਣ ਜਿੱਦਾਂ ਵੀ ਕਰ ਸਕਦੇ ਆ। ਸੋ ਇੱਕੋ ਇੱਕ ਸਾਨੂੰ ਤੁਸੀਂ ਚੇਤਾਵਨੀ ਵੀ ਕਹਿ ਸਕਦੇ, ਬੇਨਤੀ ਵੀ ਕਹਿ ਸਕਦੇ ਕਿ ਲੋੜ ਪਈ ਤਾਂ ਅਸੀਂ ਇਹ ਵੀ ਕੰਮ ਕਰਾਂਗੇ, ਸਾਨੂੰ ਮਜਬੂਰ ਨਾ ਕੀਤਾ ਜਾਵੇ। ਲੋਕ ਉਸ ਟਾਈਮ ਇਹ ਨਹੀਂ ਕਹਿ ਸਕਦੇ ਕਿ ਅਸੀਂ ਲੋਕ ਹਿੱਤ ਦੇ ਵਿਰੋਧ 'ਚ ਆ। ਠੇਕੇ ਤੇ ਭਰਤੀ ਕਰਨਾ ਚਾਹੁੰਦੀ ਹੈ, ਪਰ ਜਿਹੜੇ ਉਹਦੇ ਕੋਲ ਪਹਿਲਾਂ ਤੋਂ ਹੀ ਮੁਲਾਜ਼ਮ ਕੰਮ ਕਰ ਰਹੇ ਆ ਉਹਨੂੰ ਕੁਝ ਨਹੀਂ ਦੇਣਾ ਚਾਹੁੰਦੀ। ਆਪਾਂ ਸਿਰਫ ਇਹੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਜਿਹੜਾ ਹੈ ਸਾਡਾ ਬਣਦਾ ਹੱਕ ਦਿੱਤਾ ਜਾਵੇ। ਤੁਸੀਂ ਰੈਗੂਲਰ ਨੂੰ ਤੇ 19 ਤਨਖਾਹ ਦੇ ਰਹੇ ਹੋ, ਪਰ ਕੰਮ ਅਸੀਂ ਉਹਨਾਂ ਦੇ ਬਰਾਬਰ ਦਾ ਕਰ ਰਹੇ ਹਾਂ, ਪਰ ਸਾਨੂੰ 19 ਤਨਖਾਹ ਕਿਉਂ ਨਹੀਂ ਮਿਲ ਰਹੀ? ਹੈਲਥ ਮਿਨਿਸਟਰ ਸਰ ਨੇ ਕਿਹਾ ਸੀਗਾ ਕਿ 12% ਜਿਹੜਾ ਆ ਉਹ ਕਰੋਨਾ ਦਾ ਇਨਕਰੀਮੈਂਟ ਮਿਲਣਾ, ਜਦਕਿ ਉਹ ਸਾਨੂੰ ਹਜੇ ਤੱਕ ਨਹੀਂ ਮਿਲਿਆ। 6% ਤਾਂ ਸਾਨੂੰ ਵੈਸੇ ਹੀ ਐਨੂਅਲੀ ਮਿਲਦਾ ਆ ਤੇ 12% ਜਿਹੜਾ ਉਹ ਸਾਨੂੰ ਵੈਸੇ ਵੀ ਨਹੀਂ ਦਿੱਤਾ ਗਿਆ। ਕੰਮ ਜਿਹੜਾ ਅਸੀਂ 24 ਘੰਟੇ ਕਰਦੇ ਹਾਂ, ਡਿਊਟੀ ਚਾਹੇ ਸਾਡੀ 2 ਵਜੇ ਤੱਕ ਆ, ਪਰ ਇਸ ਤੋਂ ਜਾਣ ਤੋਂ ਬਾਅਦ ਵੀ ਅਸੀਂ ਫੋਨਾਂ ਤੇ ਲੱਗੇ ਰਹੀਦਾ ਜਾਂ ਸਾਨੂੰ ਡਾਟਾ ਜਿਹੜਾ ਹੈ ਜਦੋਂ ਵੀ NRI ਪੇਸ਼ੈਂਟ ਇਹ ਹੁੰਦਾ ਕੋਈ ਡਿਸਚਾਰਜ ਕਰਨਾ ਹੁੰਦਾ ਆ, ਅਸੀਂ ਉਹਨਾਂ ਨੂੰ ਡਿਸਚਾਰਜ ਕਰਨ ਚਾਹੀਦਾ। ANM ਆਸ਼ਾ ਜਿਹੜੀ ਆ ਉਹ 24 ਘੰਟੇ ਜਿਹੜੀਆਂ ਕੰਮ ਕਰਦੀਆਂ, ਬਟ ਸਾਨੂੰ 19 ਸੈਲਰੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਜਿੰਨਾ ਅਸੀਂ ਕੰਮ ਕਰਦੇ ਪਏ ਹਾਂ। ਅਸੀਂ ਸਿਰਫ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਇੰਨਾ ਡਿਫਰੈਂਸ ਕਿਉਂ ਆ? ਬਾਕੀ ਜਿਹੜੀ ਪੋਸਟਾਂ ਕੱਢ ਰਹੇ ਆ ਸਰ ਤੋਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਪੋਸਟ ਸਾਨੂੰ ਇੱਥੇ ਜੌਬ ਕਰਦਿਆਂ ਨੂੰ 5 ਸਾਲ 10 ਸਾਲ ਹੋ ਗਏ ਆ, ਕੀ ਕੋਈ ਬੰਦਾ 10 ਸਾਲ ਆਪਣੀ ਪੜ੍ਹਾਈ ਛੱਡ ਕੇ, ਅਕੈਡਮਿਕ ਆਪਣੀ ਕੁਆਲੀਫਿਕੇਸ਼ਨ ਛੱਡ ਕੇ ਉਹ ਪੇਪਰ ਕਲੀਅਰ ਕਰ ਸਕੇਗਾ? ਕਿ ਜਿਹੜੇ ਤੁਸੀਂ ਪੋਸਟਾਂ ਕੱਢ ਰਹੇ ਹੋ ਤੇ ਇਹ ਪੋਸਟਾਂ ਜਿਹੜੀ ਕੱਢੀ ਕਿਉਂ ਜਾ ਰਹੀ ਹੈ? ਜਿਹੜੇ ਬੰਦੇ ਪਹਿਲੇ ਕੰਮ ਕਰਦੇ ਪਏ ਤੁਸੀਂ ਉਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ? ਵਿਦੇਸ਼ਾਂ ਦੀਆਂ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ।